कहानी बेकार। लिखत इस्मत चुगताई। आवाज़ मनप्रीत सहोता। 80 रुपਏ ਤਨਖਾਹ, ਮਹਿੰਗਾਈ ਭੱਤਾ, ਇਮਤਿਹਾਨ ਦੀ ਫੀਸ ਰਲਾ ਮਿਲਾ ਕੇ ਗੁਜ਼ਾਰਾ ਹੋ ਰਿਹਾ ਸੀ। ਬਸ ਕੁਝ ਬਚਦਾ ਨਹੀਂ ਸੀ। ਪਰ ਕਰਜ਼ਾ ਇੱਕ ਮਹੀਨੇ ਤੋਂ ਦੂਸਰੇ ਮਹੀਨੇ ਨੂੰ ਰਿਸਕਦਾ ਜਾਂਦਾ। ਨਸੀਮ ਦੀ ਪੈਦਾਇਸ਼ ਤੇ ਵੀ ਖਿੱਚ ਧੂ ਕੇ ਪੂਰਾ ਪੈ ਜਾਂਦਾ ਜੇ ਹਾਜਰਾ ਦਾ ਬੁਖਾਰ ਜੀ ਦਾ ਜੰਜਾਲ ਨਾ ਬਣ ਗਿਆ ਹੁੰਦਾ ਤਾਂ ਝੁਮਕੀਆਂ ਵੇਚਣ ਦੀ ਨੌਬਤ ਨਾ ਆਉਂਦੀ। ਕਿੰਨੀ ਰੀਝ ਨਾਲ ਬਣਵਾਈਆਂ ਸਨ ਝੁਮਕੀਆਂ। ਬੜਾ ਦੁੱਖ ਹੋਇਆ। ਖੈਰ, ਫਿਰ ਬਣ ਜਾਣਗੀਆਂ। ਪਰ ਇਹ ਸਭ ਦਿਲ ਨੂੰ ਸਮਝਾਉਣ ਦੀਆਂ ਗੱਲਾਂ ਨੇ। ਇੱਕ-ਇੱਕ ਕਰਕੇ ਗਈਆਂ ਦਹੇਜ ਦੀਆਂ ਸਾਰੀਆਂ ਚੀਜ਼ਾਂ ਮੁੜ ਵਾਪਸ ਨਹੀਂ ਆਈਆਂ। ਜੁਗਨੂ ਮਹੀਦ ਦੇ ਇਮਤਿਹਾਨ ਦੀ ਫੀਸ ਦੀ ਭੇਂਟ ਚੜ੍ਹ ਗਏ। ਸੋਚਿਆ ਸੀ ਚਲੋ ਨੌਕਰੀ ਤਾਂ ਪੱਕੀ ਹੋ ਜਾਏਗੀ, ਹਜ਼ਾਰਾਂ ਜੁਗਨੂ ਬਣ ਜਾਣਗੇ। ਹਰ ਮਹੀਨੇ ਜੁਗਨੂਆਂ ਦਾ ਹਿਸਾਬ ਲਾਇਆ ਜਾਂਦਾ। ਸੋਨੇ ਦੀ ਕੀਮਤ ਸੀ ਕਿ ਘਟਣ ਦਾ ਨਾਂ ਹੀ ਨਹੀਂ ਸੀ ਲੈਂਦੀ ਪਈ। ਗਜ਼ਬ ਖੁਦਾ ਦਾ 21 ਰੁਪਏ ਤੋਂ 116 ਤੱਕ ਪਹੁੰਚ ਗਿਆ। ਭਲਾ ਕੀ ਜੁਗਨੂ ਬਣਵਾ ਲਊ ਕੋਈ। ਅੱਲਾ ਮੀਆਂ ਨੇ ਮਾਂ ਦੀਆਂ ਛਾਤੀਆਂ ਵਿੱਚ ਦੁੱਧ ਵੀ ਸ਼ਾਇਦ ਬਾਕਰ ਮੀਆਂ ਵਰਗੇ ਬੰਦਿਆਂ ਦੀ ਤਨਖਾਹ ਦੇ ਹਿਸਾਬ ਨਾਲ ਹੀ ਦਿੱਤਾ ਏ। ਮਕਾਨ ਦਾ ਕਿਰਾਇਆ ਨਾ ਹੋਵੇ ਨਾ ਸਹੀ, ਰੁੱਖੀ ਸੁੱਕੀ ਸਭ ਚੱਲ ਜਾਏਗੀ। ਪਰ ਬੱਚੇ ਦੀ ਉਹ ਖੁਰਾਕ ਜਿਹੜੀ ਕੁਦਰਤ ਨੇ ਆਪਣੇ ਹੱਥ ਰੱਖੀ ਹੋਈ ਏ ਮੁੱਕ ਸੁੱਕ ਜਾਏ ਤਾਂ ਫੇਰ। ਤੇ ਬੁਖਾਰ ਵਿੱਚ ਕੰਬਖਤ ਦੁੱਧ ਵੀ ਸੁੱਕ ਗਿਆ ਸੀ। ਅੰਮਾ ਜੀ ਤਾਂ ਇਹੋ ਕਹਿੰਦੇ ਰਹੇ, ਕੀ ਫੈਸ਼ਨ ਆ ਗਿਆ ਬੋਤਲ ਨਾਲ ਦੁੱਧ ਪਿਆਉਣ ਦਾ। ਸਾਡੇ ਜ਼ਮਾਨੇ 'ਚ 3-3 ਸਾਲ ਪਿਆਉਂਦੇ ਤਾਂ ਵੀ ਨਹੀਂ ਸੀ ਮੁੱਕਦਾ ਸੁੱਕਦਾ ਹੁੰਦਾ ਦੁੱਧ। ਪਰ ਭਲਾ ਉਹਨਾਂ ਨੂੰ ਇਹ ਕੌਣ ਕਹਿੰਦਾ ਕਿ ਬੀਬੀ ਜੀ ਤੁਹਾਡੇ ਜ਼ਮਾਨੇ ਵਿੱਚ ਡਾਲਡਾ ਨਹੀਂ ਸੀ ਹੁੰਦਾ। ਛੰਨੇ ਭਰ ਦੁੱਧ ਛੁਹਾਰੇ ਉਡਾਉਂਦੇ ਸੋ, ਫਿਰ 3 ਸਾਲ ਦੁੱਧ ਪਿਆ ਕੇ ਕਿਹੜੀ ਤੋਪ ਚਲਾ ਦਿੰਦੇ ਸੋ। ਪਰ ਬੀਬੀ ਜੀ ਦੇ ਮੂੰਹ ਲੱਗਣਾ ਆਪਣੀ ਮੌਤ ਨੂੰ ਮਾਸੀ ਕਹਿਣਾ ਸੀ। ਇੰਜ ਪੰਜੇ ਝਾੜ ਕੇ ਪਿੱਛੇ ਪੈ ਜਾਂਦੇ ਕਿ ਹੋਸ਼ ਉੱਡ ਜਾਂਦੇ। ਦਿਨ ਵਿੱਚ ਕਈ ਵੇਰ ਬੀਬੀ ਜੀ ਦੇ ਤਾਨੇ ਸੁਣਨੇ ਪੈਂਦੇ। ਚਲੋ ਗੱਲ ਮੁੱਕੀ, ਕਹਿ ਲਿਆ, ਸੁਣ ਲਿਆ, ਛੁੱਟੀ ਹੋਈ। ਨਾਲੇ ਬੀਬੀ ਜੀ ਨੂੰ ਹੋਰ ਕੰਮ ਵੀ ਕਿਹੜਾ ਸੀ ਸਿਵਾਏ ਆਪਣੇ ਗਠੀਏ ਨੂੰ ਰੋਣ ਦੇ, ਤੇ ਗਠੀਏ ਦੇ ਨਾਲ ਜੇ ਕੋਈ ਹੋਰ ਗੱਲ ਹੱਥ ਲੱਗ ਜਾਂਦੀ ਤੇ ਨਾਲ ਹੀ ਉਹਨੂੰ ਵੀ ਧੂ ਲੈਂਦੇ। ਜਦੋਂ ਛਾਂਟੀ ਵਾਲੀ ਲਿਸਟ ਵਿੱਚ ਬਾਕਰ ਮੀਆਂ ਦਾ ਨਾਮ ਹੀ ਨਜ਼ਰ ਆਇਆ ਤਾਂ ਪਹਿਲਾਂ ਤਾਂ ਉਹ ਉਹਨੂੰ ਮਜ਼ਾਕ ਹੀ ਸਮਝਦੇ ਰਹੇ। 9 ਸਾਲ ਨੌਕਰੀ ਕੀਤੀ ਸੀ, ਪੱਕੇ ਨਹੀਂ ਸਨ ਹੋਏ ਤਾਂ ਕੀ ਹੋਇਆ, ਹੋ ਜਾਣਗੇ। ਆਪਣੀ ਸਰਕਾਰ ਏ, ਆਪੂ ਫਿਕਰ ਕਰੇਗੀ। ਖੈਰ, ਨੋਟਿਸ ਮਿਲਿਆ ਏ ਤਾਂ ਕੀ ਹੋਇਆ, ਪਹਿਲਾਂ ਵੀ ਕਈ ਵਾਰੀ ਮਿਲ ਚੁੱਕਿਆ ਸੀ। ਜ਼ਰਾ ਜਿੰਨੀ ਭੱਜ ਨੱਠ ਤੋਂ ਬਾਅਦ ਫੇਰ ਕਿਸੇ ਸਕੂਲ ਵਿੱਚ ਲਾ ਦਿੱਤਾ ਜਾਂਦਾ ਸੀ। ਇੱਕ ਵਾਰੀ 6 ਮਹੀਨੇ ਕਿਤੇ ਜਗ੍ਹਾ ਖਾਲੀ ਨਾ ਹੋਈ ਤਾਂ ਰਜਿਸਟਰਾਰ ਦੇ ਦਫ਼ਤਰ ਵਿੱਚ ਲਾ ਦਿੱਤਾ ਗਿਆ ਸੀ। ਮਤਲਬ ਤਾਂ ਤਨਖਾਹ ਤੀਕ ਸੀ। ਜਦ ਤੀਕ ਮਿਲਦੀ ਰਹੀ, ਖਿਆਲ ਹੀ ਨਹੀਂ ਆਇਆ ਕਿ ਅਜੇ ਕੱਚੇ ਨੇ ਕਿ ਪੱਕੇ। ਪਰ ਇਸ ਵਾਰੀ ਅਜਿਹਾ ਪੱਕਾ ਜਵਾਬ ਮਿਲਿਆ ਕਿ 1.5 ਸਾਲ ਦੀ ਭੱਜ ਨੱਠ ਮਗਰੋਂ ਹੀ ਪਤਾ ਲੱਗਿਆ ਕਿ ਕਿਸੇ ਦੇ ਵੱਸ ਦੀ ਗੱਲ ਨਹੀਂ ਤੇ ਬਹਾਲੀ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਰਹੀ। 9 ਸਾਲ ਪੱਕਿਆਂ ਨਾ ਹੋਣਾ ਹੀ ਨਿਕੰਮੇਪਨ ਦਾ ਸਬੂਤ ਸੀ। ਵੈਸੇ ਤਾਂ ਉਸ ਨਾਲੋਂ ਪਿੱਛੋਂ ਲੱਗੇ ਦੋਵੇਂ ਹੱਥੀਂ ਰੋਟੀਆਂ ਮਰੋੜ ਰਹੇ ਸੀ, ਕਿਉਂਕਿ ਉਹਨਾਂ ਪੱਕੇ ਹੋਣ ਦੀ ਖਾਈ ਪਾਰ ਕਰ ਲਈ ਸੀ ਤੇ ਇਹਨਾਂ ਸੁਸਤੀ ਤੇ ਲਾਪਰਵਾਹੀ ਕਾਰਨ ਇਸ ਨੂੰ ਕੋਈ ਮਹੱਤਵ ਹੀ ਨਹੀਂ ਸੀ ਦਿੱਤਾ। ਇਹ 1.5 ਸਾਲ ਕਿੰਜ ਬੀਤਿਆ, ਜਾਂ ਹਾਜਰਾ ਬੀ ਜਾਣਦੀ ਸੀ, ਜਾਂ ਬਾਕਰ ਮੀਆਂ, ਜਾਂ ਕੁਝ ਅੰਮਾ ਜੀ। ਪਰ ਉਹਨਾਂ ਨੂੰ ਤਾਂ 11 ਰੁਪਏ ਪੈਨਸ਼ਨ ਦੇ ਮਿਲ ਰਹੇ ਸੀ। ਕਦੀ ਖਾਣੇ ਦੇ ਸਿਵਾਏ ਕਿਸੇ ਹੋਰ ਚੀਜ਼ ਲਈ ਹੱਥ ਅੱਡਣ ਦੀ ਲੋੜ ਮਹਿਸੂਸ ਨਹੀਂ ਸੀ ਹੋਈ। ਮਰਨ ਵਾਲੇ ਨੇ ਮਰ ਕੇ ਵੀ ਇੰਨਾ ਸਹਾਰਾ ਤਾਂ ਛੱਡਿਆ ਹੀ ਸੀ। ਕਈਆਂ ਝੁਮਕੀਆਂ ਤੇ ਕਿਹਾ ਗੁਲੂਬੰਦ ਇੱਕ-ਇੱਕ ਕਰਕੇ ਖੁਰ ਗਏ ਸਨ। ਪਹਿਲਾਂ ਗਹਿਣੇ ਰੱਖੇ ਗਏ, ਫਿਰ ਵਿਕ ਗਏ। ਅਫਸਰਾਂ ਦੇ ਘਰਾਂ ਦੀ ਧੂੜ ਫੱਕੀ, ਪਰ ਨੌਕਰੀ ਵਾਪਸ ਨਾ ਮਿਲੀ। ਸਾਲ ਵਿੱਚ 6 ਮਹੀਨੇ 2-1 ਟਿਊਸ਼ਨਾਂ ਮਿਲ ਜਾਂਦੀਆਂ, ਪਰ ਭਰੀ ਕਲਾਸ ਨੂੰ ਪੜ੍ਹਾਉਣ ਦੇ ਆਦੀ ਮੀਆਂ ਜੀ 1-2 ਬੱਚਿਆਂ ਨੂੰ ਪੜ੍ਹਾਉਂਦੇ ਹੋਏ ਖਿੱਝ ਜਾਂਦੇ। ਹਾਜਰਾ ਬੀ ਨੇ ਪੰਜਾਬ ਤੋਂ ਮੈਟ੍ਰਿਕ ਕਰਕੇ ਆਪਣੇ ਮੁਹੱਲੇ ਦੀਆਂ ਬੀਵੀਆਂ ਵਿੱਚ ਕਾਫੀ ਕਾਬਲੇ ਇਤਰਾਜ਼ ਹੱਦ ਤੱਕ ਆਜ਼ਾਦ ਹੋਣ ਦਾ ਰੁਤਬਾ ਪ੍ਰਾਪਤ ਕੀਤਾ ਹੋਇਆ ਸੀ। ਜਦੋਂ ਸ਼ਾਦੀ ਹੋਈ ਤਾਂ ਸਾਰਾ ਪੜ੍ਹਿਆ ਗੁੜਿਆ ਬਾਲ ਬੱਚਿਆਂ ਦੀ ਦੇਖਭਾਲ ਵਿੱਚ ਨਾਸਾਂ ਥਾਈਂ ਬਾਹਰ ਨਿਕਲ ਗਿਆ। ਵਰ੍ਹਿਆਂ ਤੋਂ ਕਿਸੇ ਕਿਤਾਬ ਨੂੰ ਹੱਥ ਨਹੀਂ ਸੀ ਲਾਇਆ। ਕਦੀ ਦਿਲ ਉਦਾਸ ਹੁੰਦਾ ਤਾਂ ਦੁਪਹਿਰੇ ਪੁਰਾਣੀ ਮੈਗਜ਼ੀਨ ਸਹੇਲੀ ਦਾ ਕੋਈ ਪੁਰਾਣਾ ਅੰਕ ਜਿਹੜੇ ਉਹਨੇ ਪੇਕਿਆਂ ਤੋਂ ਨਾਲ ਲਿਆਂਦੇ ਸਨ ਦੁਬਾਰਾ ਪੜ੍ਹ ਲੈਂਦੀ। ਹਾਜਰਾ ਬੀ ਦੇ ਅੱਬਾ ਨੂੰ ਧੀ ਨੂੰ ਪੜ੍ਹਾਉਣ ਦਾ ਬੜਾ ਸ਼ੌਕ ਸੀ। ਜ਼ਨਾਨੇ ਪਰਚੇ ਲਗਾਤਾਰ ਉਸ ਦੇ ਨਾਂ ਆਉਂਦੇ ਰਹਿੰਦੇ ਸਨ। ਸ਼ਾਦੀ ਪਿੱਛੋਂ ਲਾਪਰਵਾਹੀ ਤੇ ਕੁਝ ਰੁਝੇਵੇਂ ਤੇ ਕੁਝ ਪੈਸੇ ਦੀ ਕਮੀ ਕਰਕੇ ਰਸਾਲੇ ਵਗੈਰਾ ਸਭ ਛੁੱਟ ਗਏ। ਜਦੋਂ ਗੁਆਂਢਣ ਨੇ ਹਾਜਰਾ ਬੀ ਨੂੰ ਨੇੜੇ ਦੇ ਸਕੂਲ ਵਿੱਚ ਨੌਕਰੀ ਕਰ ਲੈਣ ਦੀ ਰਾਏ ਦਿੱਤੀ ਤਾਂ ਬੀ ਅੰਮਾ ਨੇ ਉਸ ਦੀਆਂ 7 ਪੁਸ਼ਤਾਂ ਦੀਆਂ ਕਬਰਾਂ ਵਿੱਚ ਕੀੜੇ ਪਾ ਦਿੱਤੇ। ਪੜ੍ਹੀਆਂ ਲਿਖੀਆਂ ਔਰਤਾਂ ਦੇ ਚਾਲ ਚੱਲਣ ਬਾਰੇ ਇੰਨੇ ਕਿੱਸੇ ਸੁਣਾਏ ਕਿ ਹਾਜਰਾ ਨੇ ਕੰਨਾਂ ਉੱਤੇ ਹੱਥ ਧਰ ਲਏ। ਤੋਬਾ ਮੇਰੀ, ਮੈਂ ਕਦੋਂ ਕਰ ਰਹੀ ਹਾਂ ਨੌਕਰੀ।
ਇਹ ਸਾਰੀਆਂ ਮੋਈਆਂ ਮਾਸਟਰਨੀਆਂ ਮਾਸਟਰਾਂ ਨਾਲ ਫਸੀਆਂ ਹੁੰਦੀਆਂ। ਸਕੂਲ ਦਾ ਤਾਂ ਬਹਾਨਾ ਹੁੰਦਾ ਹੈ। ਘਰੇ ਕੁੰਡੀ ਨਹੀਂ ਲੱਗਦੀ ਤੇ ਸਕੂਲ ਗੁੱਲ ਖਿਲਾਉਣ ਜਾ ਵੜਦੀਆਂ, ਉਹ ਕਹਿੰਦੇ ਹੁੰਦੇ ਸਨ। ਪਰ ਲੋੜ ਬੰਦੇ ਨੂੰ ਥੁੱਕ ਕੇ ਚੱਟਣ ਤੇ ਮਜਬੂਰ ਕਰ ਦਿੰਦੀ ਏ। ਜਦੋਂ ਘਰੋਂ ਕੱਢ ਦਿੱਤੇ ਜਾਣ ਦੀ ਨੌਬਤ ਆ ਗਈ ਤੇ ਸਾਰੇ ਆਂਢ ਗੁਆਂਢ ਨੇ ਤੇ ਉਧਾਰ ਦੇਣ ਵਾਲਿਆਂ ਨੇ ਸੱਚਮੁੱਚ ਦਰਵਾਜ਼ੇ ਮੂੰਹ ਤੇ ਹੀ ਬੰਦ ਕਰ ਦਿੱਤੇ, ਤਾਂ ਹਾਜਰਾ ਨੂੰ ਗੁਆਂਢਣ ਦੀ ਗੱਲ ਤੇ ਗੌਰ ਕਰਨਾ ਪਿਆ। ਉਹ ਕੋਈ ਹੋਰ ਉੱਲੂ ਕੇ ਪੱਠੇ ਹੋਣਗੇ ਜਿਹੜੇ ਜਨਾਨੀ ਦੀ ਕਮਾਈ ਖਾਂਦੇ ਹੋਣਗੇ? ਪੁੱਛਣ ਤੇ ਬਾਕਰ ਮੀਆਂ ਨੇ ਕਿਹਾ ਸੀ, ਅਜੇ ਇੰਨਾ ਦਮ ਹੈ, ਜਦ ਮਰ ਜਾਵਾਂਗਾ ਤਦ ਜੋ ਜੀ 'ਚ ਆਏ ਕਰ ਲਵੀਂ। ਹੁਣ ਤਾਂ ਜ਼ੇਵਰ ਵੀ ਨਹੀਂ ਰਹੇ, ਸਾਰੇ ਇੱਕ ਇੱਕ ਕਰਕੇ ਵਿਕ ਗਏ ਨੇ। ਵਿਕ ਗਏ ਤਾਂ ਕੀ ਹੋਇਆ, ਕਿਹਾ ਤਾਂ ਹੈ ਪੈਸੇ ਆਉਣ ਦੇ, ਪਹਿਲਾਂ ਤੇਰੇ ਜ਼ੇਵਰ ਬਣਵਾਵਾਂਗਾ, ਮਰੀ ਕਿਉਂ ਜਾਨੀ ਐ? ਹਾਂ, ਆ ਚੁੱਕਿਆ ਹੁਣ ਪੈਸਾ। ਸਾਲ ਵਿੱਚ 300-400 ਦੀ ਕਮਾਈ ਵਿੱਚ ਕਿੰਜ ਗੁਜ਼ਾਰਾ ਹੋ ਸਕਦਾ? ਦੇਖ ਬਈ, ਜੇ ਇੰਜ ਅਵਾਰਾਗਰਦੀ ਕਰਨ ਦਾ ਹੀ ਮੂਡ ਹੈ ਤਾਂ ਤਲਾਕ ਲੈ ਲੈ ਤੇ ਮੌਜਾਂ ਕਰ। ਮੈਂ ਦੁਨੀਆ ਦੀਆਂ ਲਾਹਨਤਾਂ ਨਹੀਂ ਸੁਣ ਸਕਦਾ, ਬਾਕਰ ਮੀਆਂ ਨੇ ਹਿਰਖ ਕੇ ਕਿਹਾ, ਤੇ ਫੇਰ ਹਾਜਰਾ ਬੀ ਦੀ ਹਿੰਮਤ ਮੁੱਕ ਗਈ। ਇੱਕ ਤਾਂ ਘਰੇ ਤੰਗੀ, ਉੱਪਰੋਂ ਸਾਰਿਆਂ ਦਾ ਮਿਜਾਜ਼ ਚਿੜਚਿੜਾ। ਅੰਮਾ ਜੀ ਦੀ ਤਾਂ ਸਮਝ ਹੀ ਨਹੀਂ ਸੀ ਆਉਂਦਾ। ਉਹ ਬਈ, ਸਾਡੀ ਤਾਂ ਆਪਣੇ 11 ਰੁਪਏ ਵਿੱਚ ਵਧੀਆ ਸਰੀ ਜਾਂਦੀ ਐ। ਮੈਂ ਪੁੱਛਦੀ ਆਂ, ਬਹੂ ਤੋਂ ਕਿਉਂ ਨਹੀਂ ਘਰ ਚੱਲਦਾ? ਉਹ ਬੁੜਬੁੜ ਕਰਦੀ। ਹਿਸਾਬ ਸੁਣਨ ਜਾਂ ਸਮਝਣ ਦੀ ਨਾ ਉਹਨਾਂ ਨੂੰ ਲੋੜ ਸੀ, ਨਾ ਵੱਲ। ਪਾਈ ਦਾ ਹਿਸਾਬ ਲਿਖਦੀਆਂ, ਪਰ ਫਿਰ ਵੀ ਇਹੋ ਰਟਦੇ ਰਹਿੰਦੇ ਨੇ। ਉਹ ਬਈ, ਇੰਨੇ ਰੁਪਿਆਂ 'ਚ ਤਾਂ ਖਾਨਦਾਨ ਪਲ ਜਾਂਦੇ ਐ, ਤੁਹਾਡੇ ਤਾਂ ਬਰਕਤ ਹੀ ਨਹੀਂ। ਬਹੂ, ਭਲਾ ਅਸੀਂ ਕਿੰਜ ਗੁਜ਼ਾਰਾ ਕਰ ਲੈਂਦੇ ਆ? ਤੁਹਾਨੂੰ ਨਾ ਮਕਾਨ ਦਾ ਕਿਰਾਇਆ ਦੇਣਾ ਪੈਂਦਾ, ਨਾ ਖਾਣੇ ਦਾ ਧੇਲਾ, ਨਾ ਭੰਗੀ ਮਾਸ਼ਕੀ ਦਾ ਖਰਚ। ਰਹਿ ਗਈ ਅਫੀਮ ਦੀ ਲੱਤ, ਤਾਂ ਲੱਤ ਸ਼ਬਦ ਸੁਣ ਕੇ ਸਠਿਆਈ ਬੁੱਧ ਵਾਲੀ ਅੰਮਾ ਜੀ ਦਾ ਪਠਾਨੀ ਖੂਨ ਉਬਾਲ ਖਾ ਗਿਆ। ਮੇਰਾ ਰਹਿਣਾ ਵੀ ਰੜਕਦਾ ਹੈ। ਹਾਂ, ਕਿਰਾਇਆ ਵੀ ਲੈ ਲਿਆ ਕਰ ਇਸ ਚੂਹੇ ਦੀ ਖੱਡ ਦਾ। 2 ਰੋਟੀਆਂ ਖਾਨੀ ਆ, ਹਿਸਾਬ ਲਾ ਕੇ ਲੈ ਲਿਆ ਕਰ ਆਪਣੇ ਸਾਰੇ ਪੈਸੇ। ਕੀ ਸਮਝਿਆ? ਅਜੇ ਦਮ ਹੈ ਇੰਨਾ ਕਿਸੇ ਦੇ ਭਾਂਡੇ ਮਾਂਜ ਕੇ, ਇੰਨਾ ਤਾਂ ਮਿਲ ਹੀ ਜਾਇਆ ਕਰੂ। ਹੱਡ ਪੈਰ ਰਹਿ ਗਏ ਤਾਂ ਸੜਕ ਤੇ ਸੁਟਵਾ ਦਈਂ। ਅੱਲਾ ਦੇ ਨਾਂ ਦੇ 2 ਟੁੱਕੜ ਖਾ ਕੇ ਇਹ ਰੰਡੇਪਾ ਤਾਂ ਕੱਟਿਆ ਹੀ ਜਾਊ। ਵੈਸੇ ਸੁਣ ਲੈ, ਮੈਂ ਆਪਣੇ ਮੁੰਡੇ ਦੇ ਘਰ ਰਹਿਨੀ ਆ, ਕਿਸੇ ਮਾਲਜਾਦੀ ਦੇ ਘਰ ਰੋਟੀਆਂ ਨਹੀਂ ਤੋੜ ਰਹੀ। ਹਾਜਰਾ ਬੀ ਨੇ ਸਮਝਾਉਣ ਦੀ ਲੱਖ ਕੋਸ਼ਿਸ਼ ਕੀਤੀ ਕਿ ਮੈਂ ਤਾਂ ਹਿਸਾਬ ਦੱਸਿਆ ਸੀ। ਮੇਰਾ ਖੁਦਾ ਨਾ ਕਰੇ, ਮੇਰਾ ਇਹ ਮਤਲਬ ਥੋੜ੍ਹੀ ਸੀ ਕਿ ਤੁਸੀਂ ਸਾਡੇ ਉੱਤੇ ਬੋਝ ਹੋ। ਪਰ ਉਹ ਕਦ ਸੁਣਨ ਵਾਲੀ ਸੀ? ਇੱਕ ਵਾਰੀ ਛਿੜ ਪਈ ਤੇ ਰੁਕਣ ਦਾ ਨਾਂ ਨਹੀਂ। ਖੁਦ ਆਪਣੀਆਂ, ਆਪਣੇ ਖਾਨਦਾਨ ਦੀਆਂ 7 ਪੁਸ਼ਤਾਂ ਨੂੰ ਯਾਦ ਕਰ ਕਰਕੇ ਰੋਂਦੀ ਪਿੱਟਦੀ ਰਹੀ। ਬਾਕਰ ਮੀਆਂ ਰਾਤ ਨੂੰ ਥੱਕੇ ਹਾਰੇ ਕੋਰਾ ਜਵਾਬ ਲੈ ਕੇ ਜਿਵੇਂ ਹੀ ਘਰ ਆਏ, ਅੰਮਾ ਜੀ ਦਾ ਰਿਕਾਰਡ ਫੇਰ ਚਾਲੂ ਹੋ ਗਿਆ। ਅੱਧੀ ਰਾਤ ਤੱਕ ਚੱਕੀ ਚੱਲਦੀ ਰਹੀ। ਹਾਜਰਾ ਨੇ ਵੀ ਸੜਦੀ ਭੁੱਜਦੀ ਨੇ ਮੀਆਂ ਨੂੰ ਨਿਖੱਟੂ ਕਹਿ ਦਿੱਤਾ, ਤੇ ਬਾਕਰ ਮੀਆਂ ਨੇ ਹਿਸਾਬ ਕਿਤਾਬ ਲਾ ਕੇ ਹਾਜਰਾ ਨੂੰ ਮੂਰਖ ਸਿੱਧ ਕਰ ਦਿੱਤਾ। ਤੇ ਅੰਮਾ ਜੀ ਨੇ ਉਹਨਾਂ ਦੋਵਾਂ ਨੂੰ ਜੋ ਕੁਝ ਬਾਕੀ ਰਹਿੰਦਾ ਸੀ ਉਹ ਵੀ ਕਹਿ ਸੁਣਾਇਆ। ਪਰ ਕਿਸੇ ਦੇ ਕਾਲਜੇ ਵਿੱਚ ਠੰਡਕ ਨਾ ਪੈ ਸਕੀ। ਹਾਜਰਾ ਬੀ ਸਾਰੀ ਰਾਤ ਰੋਂਦੀ ਰਹੀ, ਅੰਮਾ ਜੀ ਬੁੜਬੁੜ ਕਰਦੀ ਰਹੀ, ਤੇ ਬਾਕਰ ਮੀਆਂ ਠੰਡੇ ਹੌਕੇ ਭਰਦੇ ਛੱਡਦੇ ਰਹੇ। ਵਿੱਚ ਨਸੀਮ ਡਰਾਉਣੇ ਸੁਪਨੇ ਦੇਖ ਕੇ ਰੋਂਦਾ ਰਿਹਾ। ਤੇ ਕਈ ਮਹੀਨਿਆਂ ਦੀ ਚਿਕ-ਚਿਕ ਪਿੱਛੋਂ ਇਹ ਫੈਸਲਾ ਹੋਇਆ ਕਿ ਜੇ ਹਾਜਰਾ ਬੀ ਕੱਚੇ ਤੌਰ ਤੇ ਕੰਮ ਕਰਨ ਲੱਗ ਜਾਏ ਤਾਂ ਇੰਨਾ ਜ਼ਿਆਦਾ ਹਰਜ਼ ਵੀ ਨਹੀਂ। ਜਿਵੇਂ ਹੀ ਬਾਕਰ ਮੀਆਂ ਨੂੰ ਨੌਕਰੀ ਮਿਲੇਗੀ, ਉਹ ਨੌਕਰੀ ਛੱਡ ਦੇਗੀ। ਹਾਂ ਬਈ, ਹੁਣ ਮੈਂ ਬੋਰਡ ਦੀ ਮੀਟਿੰਗ ਵਿੱਚ ਅਰਜ਼ੀ ਦੇਣ ਦਾ ਫੈਸਲਾ ਕਰ ਲਿਆ। ਮੈਂ ਖੁਦ ਜਾਵਾਂਗਾ ਸਕੂਲ ਕਮੇਟੀ ਦੇ ਦਫ਼ਤਰ, ਦੇਖਦਾ ਕੀ ਜਵਾਬ ਦਿੰਦੇ ਐ। ਕੋਈ ਮੈਨੂੰ ਸ਼ੌਕ ਹੈ ਮਨਹੂਸ ਨੌਕਰੀ ਦਾ? ਤੁਹਾਨੂੰ ਨੌਕਰੀ ਮਿਲ ਜਾਏ ਤੇ ਮੈਂ ਕਰਾਂਗੀ ਕਿਉਂ? ਹਾਜਰਾ ਬੀ ਨੇ ਵਿਸ਼ਵਾਸ ਦਿਵਾਇਆ। ਉਹ ਬਈ, ਮੈਂ ਕੌਣ ਹੁੰਨੀ ਆ ਰਾਏ ਦੇਣ ਵਾਲੀ? ਕਿਸਮਤ 'ਚ ਜੋ ਲਿਖਿਆ ਉਹ ਤਾਂ ਹੋਊਗਾ ਹੀ ਹੋਊਗਾ। ਅੰਮਾ ਜੀ ਨੇ ਵੀ ਰਜ਼ਾਮੰਦੀ ਜ਼ਾਹਰ ਕੀਤੀ ਸੀ। ਤੇ ਹਾਜਰਾ ਬੀ ਨੇ ਸਿਰਫ 52 ਰੁਪਏ ਤੇ ਸਕੂਲ ਵਿੱਚ ਬੱਚਿਆਂ ਦੀ ਪਹਿਲੀ ਕਲਾਸ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ। ਤਜਰਬੇ ਤੋਂ ਪਤਾ ਲੱਗਿਆ ਕਿ ਪੜ੍ਹਾਈ ਦੇ ਇਸ ਸਿਸਟਮ ਵਿੱਚ ਗਿਆਨ ਨਾਲੋਂ ਵੱਧ ਧਮੁੱਕਿਆਂ ਤੇ ਚਪੇੜਾਂ ਦੀ ਲੋੜ ਹੈ। ਸਵੇਰ ਤੋਂ ਲੈ ਕੇ ਸ਼ਾਮ ਦੇ 5 ਵਜੇ ਤੀਕ ਗਲਾ ਪਾੜ ਕੇ ਬੱਚਿਆਂ ਨੂੰ ਤਾੜਨਾ, ਝਾੜਨਾ, ਉਹਨਾਂ ਦੀ ਮਾਰ ਕੁਟਾਈ ਉੱਪਰ ਆਪਣੇ ਕੁਟਾਪੇ ਦੀ ਧਾਕ ਜਮਾ ਕੇ ਅਮਨ ਬਹਾਲ ਕਰਨਾ, ਵੱਡੀ ਭੈਣ ਜੀ ਨੂੰ ਖੁਸ਼ ਰੱਖਣ ਲਈ ਹਰ ਵੇਲੇ ਉਹਨਾਂ ਦੇ ਸਾਰੇ ਖਾਨਦਾਨ ਲਈ ਸਾੜੀਆਂ, ਬਲਾਊਜ਼ਾਂ ਉੱਤੇ ਕਢਾਈ ਕਰਕੇ ਦੇਣਾ, ਸਵੈਟਰ ਬੁਣਨਾ ਤੇ ਗਦੈਲਿਆਂ ਰਜ਼ਾਈਆਂ ਦੇ ਨਗੰਦੇ ਪਾਉਣਾ। ਹਾਜਰਾ ਬੀ ਦੀ ਕਢਾਈ ਦੀ ਉਹ ਧੁੰਮ ਪੈ ਗਈ ਕਿ ਹਰ ਮਿਹਰਬਾਨ ਨੇ ਇੰਨੀਆਂ ਸਾੜੀਆਂ ਕਢਵਾਈਆਂ ਕਿ ਅੱਖਾਂ ਅੱਗੇ ਤਾਰੇ ਨੱਚਣ ਲੱਗ ਪਏ। ਹਾਜਰਾ ਬੀ ਨੂੰ ਆਪਣੇ ਕੰਮ ਉੱਤੇ ਨਾਜ਼ ਸੀ। ਅੱਜ ਉਹੀ ਕੰਮ ਗਲੇ ਦੀ ਰੱਸੀ ਬਣ ਗਿਆ ਸੀ। ਇਨਕਾਰ ਕਰਨ ਦੀ ਹਿੰਮਤ ਹੈ ਨਹੀਂ ਸੀ। ਵੈਸੇ ਇਹ ਆਮਦਨ ਦਾ ਕੋਈ ਪੱਕਾ ਸਾਧਨ ਨਹੀਂ ਸੀ, ਪਰ ਕੁਝ ਨਾ ਕੁਝ ਮਿਲ ਹੀ ਜਾਂਦਾ ਸੀ। ਘੱਟੋ-ਘੱਟ ਦੁਪਹਿਰ ਦੀ ਰੋਟੀ ਦਾ ਹੀਲਾ ਤਾਂ ਹੋ ਹੀ ਜਾਂਦਾ ਸੀ। ਕਦੀ-ਕਦੀ ਸਾੜੀ ਦੇ ਸ਼ੁਕਰੀਏ ਵਜੋਂ ਮਠਿਆਈ ਜਾਂ ਬਿਸਕੁਟ ਵੀ ਬੱਚਿਆਂ ਲਈ ਆ ਜਾਂਦੇ ਸੀ। ਸਾਰਿਆਂ ਨੂੰ ਹੀ ਹਾਜਰਾ ਬੀ ਦੇ ਘਰ ਦਾ ਹਾਲ ਪਤਾ ਸੀ।
ਤੇ ਕੁਝ ਨਾ ਕੁਝ ਦਿੰਦੇ ਦਿਵਾਉਂਦੇ ਹੀ ਰਹਿੰਦੇ ਸਨ। ਪਰ ਇੱਕ ਦਿਨ ਜਦੋਂ ਵੱਡੀ ਭੈਣ ਜੀ ਨੇ ਕੁਝ ਪੁਰਾਣੇ ਕੱਪੜੇ ਬੱਚਿਆਂ ਲਈ ਦਿੱਤੇ ਤੇ ਹਾਜਰਾ ਬੀ ਨੂੰ ਗੁੱਸਾ ਆ ਗਿਆ। ਜੀ ਚਾਹਿਆ ਕਹਿ ਦਏ, ਮਾਸਟਰ ਨਹੀਂ ਆ, ਕੋਈ ਮੰਗਤੀ ਨਹੀਂ, ਪਰ ਕੁਝ ਸੋਚ ਕੇ ਗੁੱਸਾ ਪੀ ਗਈ। ਕੀ ਫਾਇਦਾ ਵਿਗਾੜ ਕੇ, ਮਸਾਂ 2 ਰੋਟੀਆਂ ਦਾ ਸਹਾਰਾ ਹੋਇਆ, ਕਿਤੇ ਉਹ ਵੀ ਹੱਥੋਂ ਨਾ ਨਿਕਲ ਜਾਏ। ਪਰ ਘਰ ਆ ਕੇ ਕੱਪੜੇ ਜਮਾਦਾਰਨੀ ਨੂੰ ਦੇ ਦਿੱਤੇ। ਅੰਮਾ ਬੀ ਨੇ ਫੌਰਨ ਨੋਟ ਕਰ ਲਿਆ। ਬਾਕਰ ਮੀਆਂ ਨੂੰ ਆਉਣ ਸਾਰ ਦੱਸਿਆ, ਚੰਗੇ ਭਲੇ ਕੱਪੜੇ ਜਮਾਦਾਰਨੀ ਨੂੰ ਦੇ ਦਿੱਤੇ ਜਾਂਦੇ ਆ। ਇਹਦੇ ਪਿਓ ਦੇ ਘਰ ਵੀ ਕੀ ਇੰਝ ਹੀ ਲੰਗਰ ਵੰਡੀਂਦਾ ਸੀ। ਇਸੇ ਲਈ ਤਾਂ ਕਹਿੰਨੀ ਆ ਬੇਟਾ, ਤੇਰੀ ਕਮਾਈ ਵਿੱਚ ਬਰਕਤ ਕਿਉਂ ਨਹੀਂ। ਜਦੋਂ ਦੀ ਪਤਨੀ ਨੂੰ ਨੌਕਰੀ ਮਿਲੀ ਸੀ, ਬਾਕਰ ਮੀਆਂ ਦਾ ਅਜੀਬ ਹਾਲ ਸੀ। ਨਾ ਛੱਡਿਆ ਜਾਂਦਾ ਸੀ, ਨਾ ਨਿਕਲਿਆ। ਵਸ 'ਚ ਹੁੰਦਾ ਤਾਂ ਪਤਨੀ ਨੂੰ ਇੱਕ ਪਲ ਨੌਕਰੀ ਨਾ ਕਰਨ ਦਿੰਦੇ। ਯਾਰ ਦੋਸਤ ਮਜ਼ਾਕ ਵਿੱਚ ਮਿਹਣੇ ਮਾਰਦੇ ਸੀ। ਬਾਕਰ ਬਈ ਐਸ਼ ਨੇ ਤੇਰੇ, ਤਾਂ ਘਰ ਵਾਲੀ ਕਮਾ ਕੇ ਲਿਆਉਂਦੀ ਹੈ, ਬੈਠ ਕੇ ਆਰਾਮ ਨਾਲ ਖਾਂਦਾ ਹੈ। ਇੱਥੇ ਸਾਡੀ ਬੇਗਮ ਦਾ ਉਹ ਨਖਰਾ ਹੈ ਕਿ ਮਾਸ਼ਾਅੱਲਾ ਹਿੱਲ ਕੇ ਪਾਣੀ ਨਹੀਂ ਪੀਂਦੀ, ਆਏ ਦਿਨ ਜ਼ੇਵਰ ਤੇ ਕੱਪੜੇ ਦੀ ਫਰਮਾਇਸ਼। ਯਾਰ ਸੱਚੀ ਗੱਲ ਤਾਂ ਇਹ ਹੈ, ਆਪਾਂ ਨੂੰ ਵੀ ਇਹ ਆਜ਼ਾਦ ਕਿਸਮ ਦੀ ਬੀਵੀ ਨਹੀਂ ਪਸੰਦ। ਯਾਰੋ, ਔਰਤਾਂ ਦਾ ਕੰਮ ਤਾਂ ਇਹੀ ਹੈ ਕਿ ਮਰਦ ਦਾ ਦਿਲ ਖੁਸ਼ ਕਰਨ। ਜ਼ੇਵਰ ਕੱਪੜੇ ਦੀ ਫਰਮਾਇਸ਼ ਕਰਨਾ ਤਾਂ ਉਹਨਾਂ ਦਾ ਹੱਕ ਹੈ। ਸਾਲਾ ਉਹ ਵੀ ਕੀ ਮਰਦ ਜਿਹੜਾ ਔਰਤ ਨੂੰ ਜ਼ੇਵਰ ਕੱਪੜੇ ਲਈ ਤਰਸਾਏ। ਦੂਜੇ ਸਾਹਿਬ ਨੇ ਫਰਮਾਇਆ, ਤੇਰਾ ਹੀ ਜਿਗਰਾ ਹੈ ਜੋ ਬੀਵੀ ਨੂੰ ਤੇਰੇ ਮੇਰੇ ਕੋਲ ਭੇਜ ਦਿੰਦਾ ਹੈ। ਯਾਰ ਸਹੁੰ ਖੁਦਾ ਦੀ, ਮੈਂ ਤਾਂ ਖੁਦਕੁਸ਼ੀ ਕਰ ਲਵਾਂ ਇੰਜ ਤੀਵੀਂ ਦੇ ਟੁਕੜਿਆਂ ਤੇ, ਮੈਂ ਤਾਂ ਜਿਉਂਦਾ ਨਾ ਰਹਿ ਸਕਾਂ। ਓਏ ਬੋਰਡ ਦੇ ਮੈਂਬਰ ਸਾਲੇ ਪਰਲੇ ਦਰਜੇ ਦੇ ਹਰਾਮਜ਼ਾਦੇ ਹੁੰਦੇ ਨੇ। ਇਹ ਸਕੂਲ ਤਾਂ ਨਾਂ ਦੇ ਨੇ, ਸਾਲੇ ਚਕਲੇ ਨੇ ਚਕਲੇ। ਬੁਰਾ ਨਾ ਮੰਨੀ, ਤੇਰੀ ਬੀਵੀ ਤਾਂ ਖੈਰ ਸ਼ਰੀਫ ਹੈ। ਇਹ ਸਾਲੀਆਂ ਮਾਸਟਰਨੀਆਂ ਅੱਵਲ ਨੰਬਰ ਦੀਆਂ ਉਹ ਹੁੰਦੀਆਂ ਨੇ। ਇਹ ਸਾਰੀਆਂ ਮੈਂਬਰਾਂ ਦੇ ਘਰੀਂ ਤੁਰੀਆਂ ਫਿਰਦੀਆਂ ਨੇ। ਲਾਹੌਲ ਵਿਲਾ ਕੁਵਤ। ਓਏ ਯਾਰ, ਇਹਨਾਂ ਮਾਸਟਰਨੀਆਂ ਨੂੰ ਦੇਖ ਕੇ ਤਾਂ ਕਹਿ ਆਉਂਦੀ ਏ, ਸਾਲੀਆਂ ਸਾਰੀਆਂ ਕਾਣੀਆਂ ਮੀਣੀਆਂ ਭੈੜੀਆਂ ਸ਼ਕਲਾਂ। ਇਹ ਮੈਂਬਰ ਸਹੁਰੇ ਵੀ ਘਾਮੜ ਹੁੰਦੇ ਨੇ, ਇਸ਼ਕ ਵੀ ਲੜਾਉਂਦੇ ਨੇ ਤਾਂ ਕਿਆ 3rd ਕਲਾਸ ਮਾਲ ਨਾਲ। ਯਾਰ ਸਾਡੇ ਮੁਹੱਲੇ 'ਚ ਇੱਕ ਸਾਲੀ ਮਾਸਟਰਨੀ ਸੀ, ਜੀ ਭਰ ਕੇ ਬਦਸੂਰਤ, ਬੱਕਰੀ ਵਰਗੀਆਂ ਕਾਲੀਆਂ ਕਾਲੀਆਂ ਲੱਤਾਂ ਬੁਰਕੇ ਵਿੱਚੋਂ ਨਿਕਲੀਆਂ ਹੁੰਦੀਆਂ। ਜਦੋਂ ਮੇਰੇ ਘਰ ਸਾਹਮਣੇ ਲੰਘਦੀ, ਮੈਂ ਮੁੰਡਿਆਂ ਨੂੰ ਕਹਿੰਦਾ, ਲਾ ਦਿਓ ਸਾਲੀ ਦੇ ਮਗਰ ਕੁੱਤਾ। ਯਾਰ ਬੜਾ ਮਜ਼ਾ ਆਉਂਦਾ ਸੀ। ਲੰਗੜੇ ਕਾਂ ਵਾਂਗ ਫੁਦਕ ਫੁਦਕ ਕੇ ਦੌੜਦੀ ਸੀ, ਬੜੀ ਸੱਚੀ ਸੁੱਚੀ ਬਣਦੀ ਸੀ। ਸਾਲੀ ਦਾ ਢਿੱਡ ਹੋ ਗਿਆ, ਕੱਢ ਦਿੱਤੀ ਗਈ ਮੁਹੱਲੇ ਵਿੱਚੋਂ ਜੁੱਤੀਆਂ ਮਾਰ ਮਾਰ ਕੇ। ਤਰਕਸ਼ ਦੇ ਤੀਰ ਬਾਕਰ ਮੀਆਂ ਦੀ ਛਾਤੀ ਵਿੰਨ੍ਹਦੇ ਰਹਿੰਦੇ ਤੇ ਉਹ ਕੱਚਾ ਜਿਹਾ ਹੱਸ ਕੇ ਗੱਲ ਟਾਲਦੇ ਰਹਿੰਦੇ, ਸੁਣੀ ਅਣਸੁਣੀ ਕਰ ਛੱਡਦੇ। ਜਦੋਂ ਬਰਦਾਸ਼ਤ ਕਰਨ ਦੀ ਤਾਕਤ ਨਾ ਰਹਿੰਦੀ ਤਾਂ ਕਿਸੇ ਬਹਾਨੇ ਉੱਠ ਕੇ ਤੁਰ ਆਉਂਦੇ। ਆਉਂਦਿਆਂ ਨੂੰ ਅੰਮਾ ਜੀ 2-4 ਸੁਣਾ ਦਿੰਦੀ। ਅੱਜ ਨਸੀਮ ਨੂੰ ਨਾਸ਼ਤਾ ਵੀ ਨਹੀਂ ਦਿੱਤਾ ਤੇ ਬੇਗਮ ਸਾਹਿਬਾ ਤੁਰਦੀ ਹੋਈ, ਮੈਂ ਕਹਿੰਦੀ ਆ, ਇੰਨੀ ਸਵੇਰੇ ਸਵੇਰੇ ਸਕੂਲ 'ਚ ਕੀ ਹੁੰਦਾ। ਮੀਆਂ, ਮੈਂ ਬੁੱਢੀ ਠੇਰੀ ਕਬਰ 'ਚ ਪੈਰ ਲਟਕਾਈ ਬੈਠੀ ਆ, ਅੱਜ ਮਰੀ ਕੱਲ ਦੂਜਾ ਦਿਨ। ਪਰ ਮੈਨੂੰ ਤਾਂ ਤੇਰੇ ਉੱਤੇ ਤਰਸ ਆਉਂਦਾ ਹੈ। ਕਿੰਜ ਬੀਤੇਗੀ, ਇਹਨਾਂ ਬੱਚਿਆਂ ਤੇ ਕੀ ਅਸਰ ਪਏਗਾ ਕਿ ਮਾਂ ਦਾ ਪੈਰ ਘੜੀ ਭਰ ਲਈ ਵੀ ਘਰੇ ਨਹੀਂ ਟਿਕਦਾ। ਬਾਕਰ ਮੀਆਂ ਦਾ ਖੂਨ ਉਬਾਲੇ ਖਾਣ ਲੱਗਦਾ। ਅੱਜ ਆ ਜਾਏ ਹਰਾਮਜ਼ਾਦੀ, ਮਜ਼ਾ ਨਾ ਚਖਾ ਦਿੱਤਾ ਤਾਂ ਗੱਲ ਕਰਨ ਦਾ ਕੋਈ ਲਾਭ ਨਹੀਂ। ਸਕੂਲ ਟਾਈਮ ਤੋਂ ਬਾਅਦ ਵੱਡੀ ਮਾਸਟਰਨੀ ਜੀ ਰਜਿਸਟਰਾਂ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੰਦੀ, ਜਾਂ ਲਾਇਬ੍ਰੇਰੀ ਦੀਆਂ ਕਿਤਾਬਾਂ ਵਾਲਾ ਰਜਿਸਟਰ ਲੈ ਬੈਠਦੀ, ਜਾਂ ਇਮਤਿਹਾਨਾਂ ਦੇ ਪਰਚੇ ਦੀਆਂ ਕਾਪੀਆਂ ਕਰਵਾਉਣ ਲੱਗਦੀ। ਹਾਜਰਾ ਵੀ ਕੰਮ ਕਰਦੀ ਰਹਿੰਦੀ ਤੇ ਸੋਚਦੀ ਰਹਿੰਦੀ, ਸੱਲੂ ਭੁੱਖਾ ਹੋਏਗਾ, ਅੱਲਾ ਜਾਣੇ ਮਾਂ ਜੀ ਨੇ ਨਾਸ਼ਤਾ ਕਰਵਾਇਆ ਹੋਏਗਾ ਕਿ ਨਹੀਂ। ਕਿਤੇ ਰਾਤ ਵਾਲੀ ਦਾਲ ਨਾ ਦੇ ਦਿੱਤੀ ਹੋਏ, ਖੱਟੀ ਹੋ ਗਈ ਲੱਗਦੀ ਸੀ। ਕਹਿਣਾ ਭੁੱਲ ਗਈ, ਸੁੱਟ ਦਿੰਦੀ ਤੇ ਚੰਗਾ ਹੁੰਦਾ। ਕੱਲ ਧੋਬੀ ਕੱਪੜੇ ਦੇ ਗਿਆ ਸੀ, ਮਿਲਾਉਣ ਦਾ ਵਕਤ ਹੀ ਨਹੀਂ ਮਿਲਿਆ। ਪਤਾ ਨਹੀਂ ਕੀ ਗਵਾ ਆਇਆ ਹੋਏਗਾ। ਸ਼ਾਮ ਨੂੰ ਸਬਜ਼ੀ ਸਸਤੀ ਮਿਲ ਜਾਂਦੀ ਏ। ਅੱਜ ਸੱਲੂ ਲਈ ਮਟਰ ਲੈਂਦੀ ਜਾਵਾਂਗੀ। ਦੁੱਧ ਨਿਰਾ ਪਾਣੀ ਪਾਉਂਦਾ ਏ ਕੰਬਖਤ। ਕਿੰਨਾ ਕਮਜ਼ੋਰ ਹੁੰਦਾ ਜਾ ਰਿਹਾ ਮੇਰਾ ਲਾਲ। ਪਤਾ ਨਹੀਂ ਉਹਨਾਂ ਨੂੰ ਕਮੀਜ਼ ਲੱਭੀ ਹੋਏਗੀ ਕਿ ਨਹੀਂ, ਸਾਰੀਆਂ ਕਮੀਜ਼ਾਂ ਫਟ ਗਈਆਂ ਨੇ। ਐਤਕੀ ਤਨਖਾਹ ਮਿਲੀ ਤਾਂ 2 ਕਮੀਜ਼ਾਂ ਦਾ ਕੱਪੜਾ ਲੈ ਆਵਾਂਗੀ। ਹੱਡੀਆਂ ਨਿਕਲ ਆਈਆਂ ਨੇ, ਫਿਕਰਾਂ ਵਿੱਚ ਘੁਲੇ ਜਾ ਰਹੇ ਨੇ। ਤੇ ਉਸ ਨੂੰ ਉਦੋਂ ਦੇ ਬਾਕਰ ਮੀਆਂ ਯਾਦ ਆ ਗਏ ਜਦੋਂ ਉਹ ਨਵੀਂ ਵਿਆਹੀ ਆਈ ਸੀ। ਕੱਪੜਿਆਂ ਦਾ ਕਿੰਨਾ ਸ਼ੌਕ ਸੀ, ਸੂਟਾਂ ਨਾਲ ਅਲਮਾਰੀ ਭਰੀ ਪਈ ਸੀ। ਆਦਮੀ ਉੱਤੇ ਬੁਢਾਪਾ ਆਉਂਦਿਆਂ ਸੁਣਿਆ ਏ ਇੱਥੇ ਘਰ-ਬਾਰ ਹੀ ਬੁੱਢਾ ਹੋ ਗਿਆ ਈ। ਬਾਕਰ ਮੀਆਂ ਤਾਂ ਅਜੇ ਜਵਾਨ ਨੇ, ਮੁਸ਼ਕਿਲ ਨਾਲ 30 ਸਾਲ ਦੇ ਹੋਣਗੇ। ਹਾਜਰਾ ਬੀ, ਇਹ ਲਿਸਟ ਤਾਂ ਸ਼ੁਰੂ ਤੋਂ ਹੀ ਗਲਤ ਹੈ, ਵੱਡੀ ਮਾਸਟਰਨੀ ਜੀ ਨੇ ਸੋਚਾਂ ਵਿੱਚੋਂ ਬਾਹਰ ਖਿੱਚ ਲਿਆਂਦਾ। ਜੀ, ਇਹ ਦੇਖੋ, ਇਹ ਤਾਂ 3ਰੀ ਕਲਾਸ ਦੇ ਨੰਬਰ ਨੇ। 1 ਇੰਚ ਤੋਂ ਪਹਿਲੀ ਵੀ ਚੜ੍ਹਾ ਦਿੱਤੇ। ਕੰਮ ਵਿੱਚ ਤੇਰਾ ਧਿਆਨ ਬਿਲਕੁਲ ਨਹੀਂ, ਕੁਝ ਦਿਨਾਂ ਦੀ ਮੈਂ ਦੇਖ ਰਹੀ ਹਾਂ। ਤੇਰੀ ਕਲਾਸ ਵਿੱਚ ਵੀ ਰੌਲਾ ਪੈਂਦਾ ਰਹਿੰਦਾ ਏ। ਮੈਂ ਹੁਣੇ ਦੂਜੀ ਲਿਸਟ ਬਣਾ ਦੇਣੀ ਆ ਜੀ, ਹਾਜਰਾ ਬੀ ਨੇ ਘੜੀ ਵੱਲ ਦੇਖ ਕੇ ਕਿਹਾ ਤੇ ਕਾਗਜ਼ਾਂ ਉੱਤੇ ਝੁਕ ਗਈ। ਬੇਕਾਰੀ ਵੀ ਆਦਮੀ ਨੂੰ ਓਨਾ ਹੀ ਨਿਕੰਮਾ ਬਣਾ ਦਿੰਦੀ ਹੈ ਜਿੰਨਾ ਜ਼ਰੂਰਤ ਤੋਂ ਵੱਧ ਵਗਾਰ। ਸਾਰੇ ਦਿਨ ਦੇ ਚਿੜੇ ਹੋਏ ਤੇ ਹੀਣਤਾ ਦੇ ਸ਼ਿਕਾਰ ਬਾਕਰ ਮੀਆਂ ਨੇ ਥੱਕੀ ਹਾਰੀ ਹਾਜਰਾ ਬੀ ਨੂੰ ਦੇਖਿਆ ਤੇ ਇੱਕ-ਇੱਕ ਕਰਕੇ ਸਾਰੇ ਜ਼ਖਮਾਂ ਦੇ ਮੂੰਹ ਖੁੱਲ੍ਹ ਗਏ।
ਕਿੱਥੋਂ ਤਸ਼ਰੀਫ ਲਿਆ ਰਹੇ ਹੋ ਇੰਨੀ ਦੇਰ ਨਾਲ? ਜਹੰਨਮ ਚੋਂ, ਹਾਜਰਾ ਬੀ ਨੇ ਝਿੜ ਕੇ ਕਿਹਾ। ਓ ਬਈ ਤੂੰ ਕੌਣ ਹੁੰਨਾ ਏ ਪੁੱਛਣ ਵਾਲਾ? ਕਮਾਊ ਬੀਵੀ ਹੈ, ਕੋਈ ਮਜ਼ਾਕ ਥੋੜ੍ਹੀ ਹੈ। ਪੇਟ ਨੂੰ ਟੁੱਕੜ ਦਿੰਦੀ ਹੈ, ਜਦੋਂ ਜੀ ਕਰੂ ਆਊਗੀ, ਜਦੋਂ ਜੀ ਚਾਹੂਗਾ ਜਾਊਗੀ। ਦਿਨ ਭਰ ਮੱਖੀਆਂ ਮਾਰਨ ਪਿੱਛੋਂ ਅੰਮਾ ਜੀ ਨੇ ਵੀ ਮੂੰਹ ਨੂੰ ਜ਼ਰਾ ਹਵਾ ਲਵਾਈ ਸੀ। ਸੋ ਅੱਗ ਉੱਤੇ ਤੇਲ ਛਿੜਕਿਆ ਗਿਆ। ਮੈਂ ਪੁੱਛ ਰਿਹਾ ਕਿੱਥੇ ਲਾਈ ਇੰਨੀ ਦੇਰ? ਬਾਕਰ ਮੀਆਂ ਬੜਾ ਸਬਰ ਕਰਕੇ ਬੋਲੇ। ਸਲੀਮ, ਓਏ ਸੱਲੂ ਬੇਟਾ। ਹਾਜਰਾ ਬੀ ਨੇ ਚਾਹਿਆ ਕੁਝ ਨਾ ਸੁਣੇ, ਕੁਝ ਨਾ ਦੇਖੇ, ਨਹੀਂ ਤਾਂ ਉਸਦੇ ਅੰਦਰੋਂ ਇੱਕ ਬਲਦਾ ਹੋਇਆ ਅੰਗਿਆਰ ਨਿਕਲੇਗਾ ਜਿਹੜਾ ਪੂਰੀ ਕਾਇਨਾਤ ਨੂੰ ਭਸਮ ਕਰ ਦੇਗਾ। ਮੈਂ ਕੀ ਪੁੱਛ ਰਿਹਾ? ਤੇਰੇ ਕੰਨ ਤੇ ਜੂੰ ਹੀ ਨਹੀਂ ਸਰਕ ਰਹੀ? ਹਰਾਮ ਜਾਦੀ ਉੱਲੂ ਦੀ ਪੱਠੀ! ਬਾਕਰ ਮੀਆਂ ਨੇ ਹਿਰਖ ਕੇ ਉੱਠਦਿਆਂ ਹੋਇਆਂ ਸੱਪ ਵਾਂਗ ਫੁਕਾਰ ਕੇ ਕਿਹਾ। ਹਾਜਰਾ ਬੀ ਨੇ ਬਾਕਰ ਦੀਆਂ ਨੀਮ ਪਾਗਲ ਅੱਖਾਂ ਵਿੱਚ ਵੇਖਿਆ ਤੇ ਸਹਿਮ ਗਈ, ਪਰ ਡਰ ਨੇ ਅੰਦਰ ਹੋਰ ਵੀ ਜ਼ਹਿਰ ਘੋਲ ਦਿੱਤਾ। ਕਮਾਈ ਕਰਨ ਗਈ ਸੀ, ਹੋਰ ਕਿੱਥੇ ਜਾਂਦੀ? ਕਮਾਈ ਦੀ ਬੱਚੀ, ਇਹ ਇੰਨੀ ਸ਼ਾਮ ਤੱਕ ਕਮਾਈ ਹੋ ਰਹੀ ਸੀ? ਕਹੋ ਤਾਂ ਕੱਲ ਤੋਂ ਨਹੀਂ ਜਾਵਾਂਗੀ, ਹਾਜਰਾ ਬੀ ਨੇ ਚੜਾਉਣ ਖਾਤਰ ਮੁਸਕਰਾ ਕੇ ਕਿਹਾ। ਇੱਜ਼ਤ ਦਾ ਇੰਨਾ ਹੀ ਖਿਆਲ ਹੈ ਤੇ ਖੁਦ ਕਿਉਂ ਨਹੀਂ ਕਮਾਉਂਦੇ? ਇਹ ਖੂਬ ਏ, ਸਾਰਾ ਦਿਨ ਕੰਬਖਤ ਦਿਮਾਗ ਖਪਾਉਂਦੇ ਆਓ ਤੇ ਉੱਪਰੋਂ ਗਾਲਾਂ ਸੁਣੋ। ਘਰੇ ਬੈਠੇ ਆਕੜਦੇ ਹੋ। ਔਰਤ ਹੋ ਕੇ ਮੈਂ ਕਮਾਵਾਂ, ਮਜ਼ੇ ਨਾਲ ਤੂਸ ਲੈਂਦੇ ਹੋ, ਉੱਪਰੋਂ ਗੁਰਰਾਉਂਦੇ ਹੋ। ਹਾਜਰਾ ਬੀ ਜਾਣਦੀ ਸੀ ਉਹ ਸਭ ਝੂਠ ਕਹਿ ਰਹੀ ਹੈ। ਬਾਕਰ ਮੀਆਂ ਨੇ ਕਿੰਨੇ ਹੀ ਦਿਨ ਹੋ ਗਏ ਸਨ ਚਟਖਾਰੇ ਲੈ ਕੇ ਖਾਣਾ ਨਹੀਂ ਸੀ ਖਾਧਾ। ਉਹ ਲੱਖ ਪੁੱਛਦੀ, ਲੂਣ ਮਿਰਚ ਠੀਕ ਹੈ? ਹਾਂ, ਉਹ ਤਰਬਕ ਕੇ ਕਹਿੰਦੇ। ਹਾਂ ਹਾਂ, ਸਭ ਠੀਕ ਹੈ। ਤੇ ਫੇਰ ਆਪਣੀਆਂ ਸੋਚਾਂ ਦੇ ਜਾਲ ਵਿੱਚ ਉਲਝ ਜਾਂਦੇ, ਗੁਆਚ ਜਾਂਦੇ। ਪਰ ਇਸ ਵੇਲੇ ਉਸਦਾ ਦਿਲ ਕਹਿ ਰਿਹਾ ਸੀ ਕੋਈ ਬਾਕਰ ਮੀਆਂ ਦਾ ਕੀਮਾ ਕਰਕੇ ਕੁੱਤਿਆਂ ਨੂੰ ਪਾ ਦੇਵੇ। ਗਾਲਾਂ ਦੁਪੜਾਂ, ਜੂਤ ਪਤਾਣ, ਹਰ ਰੋਜ਼ ਆਪਣੀ ਪੀਂਘ ਚੜਾਉਂਦੇ ਰਹੇ ਤੇ ਉੱਤੋਂ ਅੰਮਾ ਜੀ ਦੇ ਤੇਲ ਦਾ ਛਿੱਟਾ, ਹੋਰ ਕੁਝ ਨਹੀਂ, ਬਸ ਇਹੀ। ਹਾਂ ਬਈ, ਭਲਾ ਮੀਆਂ ਪੈਰ ਦਾ ਪਹਿਰਾਵਾ, ਨਹੀਂ ਅਸੀਂ ਤਾਂ ਕਦੇ ਆਪਣੇ ਖਸਮ ਅੱਗੇ ਮੂੰਹ ਨਹੀਂ ਸੀ ਖੋਲ੍ਹਿਆ। ਹਾਂ ਬਈ, ਨਿਕੰਮਾ ਮੀਆਂ ਤੇ ਪਾਂ ਖਾਧਾ ਕੁੱਤਾ ਕਿਸੇ ਨੂੰ ਨਹੀਂ ਪਾਉਂਦਾ। ਫੇਰ ਢਿੱਡ ਦੀ ਮੰਗ ਘੜੀ ਦੀ ਘੜੀ ਜ਼ਖਮਾਂ ਉੱਤੇ ਖਰੀਂਡ ਲਿਆ ਦਿੰਦੀ। ਨੀਵੀਂ ਪਾਈ ਚੁੱਪਚਾਪ ਮੂੰਹ ਚੱਲਦੇ ਰਹਿੰਦੇ, ਦਿਲ ਸੁਲਗਦੇ ਰਹਿੰਦੇ। ਬਾਕਰ ਮੀਆਂ ਖੁਰਦਰੀ ਮੰਜੀ ਉੱਤੇ ਪਏ ਕੁੜਦੇ ਤੇ ਲੰਮੇ ਹੌਕੇ ਭਰਦੇ ਰਹਿੰਦੇ। ਉੱਠੋ, ਬਿਸਤਰਾ ਵਿਛਾ ਦਿਆਂ, ਉਹ ਨਰਮੀ ਨਾਲ ਕਹਿੰਦੀ। ਰਹਿਣ ਦੇ, ਰੁੱਖਾ ਜਿਹਾ ਜਵਾਬ ਮਿਲਦਾ। ਹੁਣ ਇਹਨਾਂ ਨਖਰਿਆਂ ਦਾ ਕੀ ਫਾਇਦਾ? ਉਹ ਕੋਈ ਨਰਮ ਗੱਲ ਕਹਿਣਾ ਚਾਹੁੰਦੀ, ਪਰ ਨਰਮ ਗੱਲਾਂ ਤਾਂ ਜਿਵੇਂ ਸੁਪਨਾ ਬਣ ਕੇ ਰਹਿ ਗਈਆਂ ਸਨ। ਇੱਕ ਵਾਰੀ ਕਹਿ ਦਿੱਤਾ, ਰਹਿਣ ਦੇ। ਬਾਕਰ ਮੀਆਂ ਗਰਜਦੇ ਤੇ ਹਾਜਰਾ ਵੀ ਆਪਣੀ ਭੰਗੂੜੀ ਵਰਗੀ ਮੰਜੀ ਉੱਤੇ ਲੇਟ ਕੇ ਗਈ ਬੀਤੀ ਜ਼ਿੰਦਗੀ ਦੇ ਸੁਹਾਵਣੇ ਸੁਪਨਿਆਂ ਵਿੱਚ ਗੁਆਚ ਜਾਂਦੀ, ਜਿਵੇਂ ਉਹ ਸੁਪਨੇ ਕਿਸੇ ਹੋਰ ਦੇ ਹੋਣ। ਕਿੰਨੇ ਦਿਨ ਹੋ ਗਏ ਸਨ ਉਹ ਦੋਵੇਂ ਇੱਕ ਦੂਸਰੇ ਨਾਲ ਪਿਆਰ ਨਾਲ ਨਹੀਂ ਸਨ ਬੋਲੇ। ਨੌਕਰੀ ਤੋਂ ਬਾਅਦ ਬਾਕਰ ਮੀਆਂ ਉਸ ਤੋਂ ਦੂਰ ਹੁੰਦੇ ਚਲੇ ਗਏ ਸਨ। ਹੂੰ ਹਾਂ ਦੇ ਸਿਵਾਏ ਗੱਲਬਾਤ ਹੀ ਬੰਦ ਹੋ ਗਈ ਸੀ। ਉਹ ਸਮਝਦੀ ਸੀ ਉਸਦੀ ਇਸ ਕੁਰਬਾਨੀ ਨੂੰ ਸਲਾਹਿਆ ਜਾਏਗਾ। ਸੱਸ ਦੇ ਮਿਹਣੇ ਘੱਟ ਹੋ ਜਾਣਗੇ, ਮੀਆਂ ਦਾ ਪਿਆਰ ਤਾਂ ਮਿਲੇਗਾ। ਮੀਆਂ ਕਮਾ ਕੇ ਲਿਆਉਂਦਾ ਹੈ ਤਾਂ ਬੀਵੀ ਉਸਦੇ ਬਦਲੇ ਵਿੱਚ ਆਪਣਾ ਪਿਆਰ ਦਿੰਦੀ ਹੈ, ਤੇ ਜੇ ਬੀਵੀ ਕਮਾਏ ਤਾਂ ਕੀ ਮੀਆਂ ਦਾ ਇਹ ਫਰਜ਼ ਨਹੀਂ ਬਣਦਾ ਕਿ ਉਹ ਘੱਟੋ ਘੱਟ ਉਹਨੂੰ ਆਪਣੇ ਪਿਆਰ ਤੋਂ ਮਹਿਰੂਮ ਤਾਂ ਨਾ ਕਰੇ? ਆਖਰ ਉਹਦਾ ਕਸੂਰ ਕੀ ਹੈ? ਇਹੀ ਨਾ ਕਿ ਉਹ ਸਭ ਨੂੰ ਫਾਕੇ ਕੱਟਣ ਤੋਂ ਬਚਾ ਰਹੀ ਹੈ। ਬਜਾਏ ਸ਼ਾਬਾਸ਼ੀ ਦੇਣ ਦੇ, ਮੁਹੱਲੇ ਦੀਆਂ ਜ਼ਨਾਨੀਆਂ ਉਸਨੂੰ ਨਫ਼ਰਤਮਈ ਨਜ਼ਰਾਂ ਨਾਲ ਦੇਖਦੀਆਂ ਨੇ, ਜਿਵੇਂ ਉਹ ਬਾਜ਼ਾਰੀ ਔਰਤ ਹੋਵੇ ਤੇ ਉਹ ਪਵਿੱਤਰ ਸੁਆਣੀਆਂ ਹੋਣ। ਉਹ ਆਪਣੇ ਪਰਿਵਾਰ ਨੂੰ ਭੁੱਖਾ ਮਰ ਜਾਣ ਦਿੰਦੀ ਤਾਂ ਪਵਿੱਤਰਤਾ ਵੱਧ ਜਾਂਦੀ। ਮੁਹੱਲੇ ਦੇ ਮਰਦਾਂ ਨੂੰ ਤਾਂ ਉਹਦਾ ਅਹਿਸਾਨਮੰਦ ਹੋਣਾ ਚਾਹੀਦਾ ਸੀ ਕਿ ਉਹ ਉਹਨਾਂ ਦੀ ਨਸਲ ਦੇ ਇੱਕ ਆਦਮੀ ਦੇ ਫਰਜ਼ਾਂ ਨੂੰ ਨਿਭਾ ਰਹੀ ਹੈ। ਇੱਕ ਕਮਾਉਣ ਵਾਲਾ ਮਰਦ ਫਰੂਨ ਤੇ ਕਮਾਉਣ ਵਾਲੀ ਬੀਵੀ ਮੁਜਰਮ। ਖੈਰ, ਉਸਨੂੰ ਦੁਨੀਆ ਨਾਲ ਨਹੀਂ, ਬਾਕਰ ਮੀਆਂ ਨਾਲ ਸ਼ਿਕਾਇਤ ਸੀ। ਕਿੰਨੇ ਦਿਨ ਹੋ ਗਏ ਸਨ ਉਹਨਾਂ ਨੇ ਉਸਨੂੰ ਪਿਆਰ ਨਾਲ ਛਾਤੀ ਨਾਲ ਨਹੀਂ ਸੀ ਲਾਇਆ। ਉਹਨਾਂ ਦੇ ਮੁਹੱਬਤ ਭਰੇ ਨਿੱਘ ਲਈ ਉਸਦੀ ਥੱਕੀ ਟੁੱਟੀ ਦੇਹ ਤਰਸ ਗਈ ਸੀ। ਅੱਜ ਕੱਲ੍ਹ ਉਹ ਸਾਰਾ ਦਿਨ ਬੇਕਾਰ ਪਏ ਰਹਿੰਦੇ ਸਨ। ਇੱਕ ਉਹ ਦਿਨ ਹੁੰਦੇ ਸਨ ਜਦੋਂ ਨੌਕਰੀ ਤੋਂ ਤੰਗ ਆਏ ਹੋਏ ਸਨ ਕਿ ਪਿਆਰ ਤੇ ਪਰਿਵਾਰ ਲਈ ਸਮਾਂ ਨਹੀਂ ਮਿਲਦਾ। ਖੁਦ ਉਹਨਾਂ ਦਾ ਦਿਲ ਚਾਹੁੰਦਾ ਸੀ ਹਰ ਦਿਨ ਐਤਵਾਰ ਹੋਵੇ, ਤੇ ਹੁਣ ਜਦੋਂ ਕਿ ਜ਼ਿੰਦਗੀ ਪੱਕਾ ਐਤਵਾਰ ਬਣ ਗਈ ਸੀ, ਉਹਨਾਂ ਦਾ ਦਮ ਘੁੱਟਦਾ ਜਾ ਰਿਹਾ ਸੀ। ਕੀ ਉਹ ਦਿਨ ਕਦੀ ਵਾਪਸ ਨਹੀਂ ਆਉਣਗੇ? ਕੀ ਉਹ ਮੀਆਂ ਦੀ ਜ਼ਿੰਦਗੀ ਵਿੱਚ ਹੀ ਬੇਵਾ ਹੋ ਗਈ ਹੈ? ਖੁਦਾ ਨੇ ਜਿਵੇਂ ਸੁਣ ਲਈ। ਇੱਕ ਪਰਛਾਵਾਂ ਜਿਹਾ ਆਪਣੇ ਉੱਪਰ ਝੁਕਦਾ ਹੋਇਆ ਮਹਿਸੂਸ ਹੋਇਆ। ਬਾਕਰ ਮੀਆਂ ਉਸਨੂੰ ਸੁੱਤੀ ਸਮਝ ਕੇ ਵਾਪਸ ਜਾਣ ਲੱਗੇ। ਤੜਪ ਕੇ ਹਾਜਰਾ ਨੇ ਉਹਨਾਂ ਦੀ ਬਾਂਹ ਫੜ ਲਈ। ਸਲੀਮ ਵਾਂਗ ਸਿਸਕਦੇ ਹੋਏ ਬਾਕਰ ਮੀਆਂ ਉਸਦੀਆਂ ਬਾਹਾਂ ਵਿੱਚ ਆ ਗਏ। ਸਾਰੀ ਗਰੀਬੀ, ਸਾਰੀ ਕੁਸੈਲ ਦੋ ਪਿਆਰ ਕਰਨ ਵਾਲਿਆਂ ਦੇ ਹੰਝੂਆਂ ਨੇ ਧੋ ਦਿੱਤੀ। ਕਿੰਨੇ ਕਮਜ਼ੋਰ ਹੋ ਗਏ ਸਨ ਬਾਕਰ ਮੀਆਂ। ਉਸਦਾ ਗੱਚ ਭਰ ਆਇਆ। ਉਹਨਾਂ ਦੀਆਂ ਗੱਲਾਂ ਦੀਆਂ ਹੱਡੀਆਂ ਇੰਨੀਆਂ ਨੁਕੀਲੀਆਂ ਤਾਂ ਕਦੀ ਨਹੀਂ ਸੀ ਹੁੰਦੀਆਂ, ਜਿਵੇਂ ਸਦੀਆਂ ਬਾਅਦ ਉਹ ਉਹਨਾਂ ਨਾਲ ਮਿਲ ਰਹੀ ਹੋਵੇ। ਕਿੰਨਾ ਹੁਸੀਨ ਸੀ ਉਹਨਾਂ ਦਾ ਇਹ ਜਿਸਮ ਸ਼ਾਦੀ ਵਾਲੀ ਰਾਤ। ਉਹ ਉਸ ਦੀਆਂ ਬਾਹਾਂ ਵਿੱਚ ਗੂੜੀ ਨੀਂਦ ਸੌਂ ਗਏ ਸਨ, ਜਿਵੇਂ ਵਰ੍ਹਿਆਂ ਦੇ ਜਾਗ ਰਹੇ ਹੋਣ।
ਹੁਣ ਉਹ ਇਸੇ ਤਰ੍ਹਾਂ ਸਵਿਆਂ ਕਰਨਗੇ। ਕੱਲ੍ਹ ਤੋਂ ਉਹ ਆਪਣੀ ਖੱਲ ਲਾਹ ਕੇ ਉਹਨਾਂ ਦੇ ਕਦਮਾਂ ਹੇਠ ਵਿਛਾ ਦੇਵੇਗੀ। ਪਤਾ ਨਹੀਂ ਕਿੰਨੇ ਮਹੀਨਿਆਂ ਦਾ ਸਿਰ ਵਿੱਚ ਤੇਲ ਵੀ ਨਹੀਂ ਲਾਇਆ। ਇਹ ਉਹਨਾਂ ਦੇ ਭਰੇ ਭਰੇ ਹੱਥਾਂ ਨੂੰ ਕੀ ਹੋ ਗਿਆ, ਜਿਵੇਂ ਬਾਂਸ ਦੀਆਂ ਤੀਲੀਆਂ ਹੋਣ। ਚੁੱਪਚਾਪ ਉਹ ਉਹਨਾਂ ਦੀ ਇੱਕ ਇੱਕ ਉਂਗਲ ਨੂੰ ਚੁੰਮਦੀ ਰਹੀ, ਹੌਲੀ ਹੌਲੀ, ਕਿ ਕਿਤੇ ਉਹ ਜਾਗ ਨਾ ਪੈਣ। ਉਹਦੀ ਬਾਂਹ ਸੁੰਨ ਹੋ ਗਈ, ਪਰ ਉਹ ਹਿੱਲੀ ਨਹੀਂ। ਬੜੇ ਦਿਨਾਂ ਬਾਅਦ ਸੁੱਤੇ ਸਨ ਬਾਕਰ ਮੀਆਂ। ਉਸਨੇ ਸੁਪਨੇ ਵਿੱਚ ਦੇਖਿਆ ਬਾਕਰ ਮੀਆਂ ਨੂੰ ਨੌਕਰੀ ਮਿਲ ਗਈ ਹੈ। ਉਹ ਸਕੂਲ ਜਾ ਰਹੇ ਨੇ। ਉਹਨੇ ਸੁਪਨੇ ਵਿੱਚ ਹੀ ਗਿਲੋਰੀ ਮੂੰਹ ਵਿੱਚ ਪਾਈ ਤੇ ਉਹਨਾਂ ਪੋਲੇ ਜਿਹੇ ਉਹਦੀ ਉਂਗਲ ਦੰਦਾਂ ਹੇਠਾਂ ਨੱਪ ਲਈ। ਸਾਰੀ ਦੇਹ ਵਿੱਚ ਕੁਤਕੁਤਾਰੀਆਂ ਹੋਣ ਲੱਗ ਪਈਆਂ ਤੇ ਹਾਜਰਾ ਦੀ ਅੱਖ ਖੁੱਲ੍ਹ ਗਈ। ਕੋਈ ਉਹਨੂੰ ਝੰਜੋੜ ਕੇ ਉਠਾ ਰਿਹਾ ਸੀ। ਉੱਠ ਕਰਮਾ ਸੜੀਏ, ਤੇਰਾ ਮੀਆਂ ਪੂਰਾ ਹੋ ਗਿਆ। ਅੰਮਾ ਵੀ ਸਿਰ ਪਿੱਟਦੀ ਹੋਈ ਕਹਿ ਰਹੀ ਸੀ, ਹਾਏ ਇਹ ਡੈਣ ਮੇਰੇ ਲਾਲ ਨੂੰ ਖਾ ਗਈ। ਇਹ ਸੀ ਕਹਾਣੀ ਬੇਕਾਰ। ਲਿਖਤ ਇਸਮਤ ਚੁਗਤਾਈ, ਅਨੁਵਾਦ ਮਹਿੰਦਰ ਬੇਦੀ, ਆਵਾਜ਼ ਮਨਪ੍ਰੀਤ ਸਹੋਤਾ। ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਜੇ ਤੁਹਾਨੂੰ ਇਹ ਕੰਮ ਪਸੰਦ ਆਇਆ ਤੇ ਲਾਈਕ ਵੀ ਕਰਨਾ, ਸ਼ੇਅਰ ਵੀ ਕਰਨਾ, ਸਾਰਿਆਂ ਨੂੰ ਦੱਸਣਾ।